ਤੇ ਤੁਹਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਜਿਹੜਾ ਸਾਡਾ ਦੁਸ਼ਮਣ ਹੈ ਉਹ ਹਮਲਾ ਵੀ ਕਰਦਾ ਆ। ਜਦੋਂ ਅਸੀਂ ਪ੍ਰੇਰਿਤੋਂ ਦੇ ਕੰਮ ਉਹਦਾ 19ਵਾਂ ਅਧਿਆਏ ਉਹਦੀ 11 ਆਇਤ ਨੂੰ ਪੜ੍ਹਦੇ ਹਾਂ ਤਾਂ ਉੱਥੇ ਇੱਕ ਘਟਨਾ ਆ ਹੋਈ, ਜਿਹੜਾ ਪੜ੍ਹਾਂਗੇ ਅਸੀਂ। ਪਰਮੇਸ਼ਰ ਨੇ ਪੌਲਸ ਦੇ ਰਾਹੀਂ ਬਹੁਤ ਵਿਚਿੱਤਰ ਕੰਮ ਕੀਤੇ, ਇੱਥੋਂ ਤੱਕ ਕਿ ਉਸ ਦੇ ਸਰੀਰ ਨਾਲ ਛੁਹਾਏ ਹੋਏ ਰੁਮਾਲ ਤੇ ਪਰਨੇ ਬਿਮਾਰਾਂ ਉੱਤੇ ਪਾ ਦਿੱਤੇ ਜਾਂਦੇ ਅਤੇ ਉਹਨਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਅਤੇ ਅਸ਼ੁੱਧ ਆਤਮਾ ਨਿਕਲ ਜਾਂਦੀਆਂ। ਕੀ ਹੋਇਆ ਜਦੋਂ ਇਹ ਕੰਮ ਦੇਖਿਆ ਲੋਕਾਂ ਨੇ ਕਿ ਪੌਲਸ ਦੇ ਹੱਥਾਂ ਦੇ ਦੁਆਰਾ ਦੁਸ਼ਟ ਆਤਮਾ ਨਿਕਲਦੀਆਂ ਆ, ਬਹੁਤ ਵਿਚਿੱਤਰ ਕੰਮ ਹੁੰਦੇ ਆ, ਬਿਮਾਰ ਚੰਗੇ ਹੋ ਜਾਂਦੇ ਆ, ਤਾਂ ਕੀ ਹੋਇਆ, ਕੁਝ ਯਹੂਦੀ ਲੋਕਾਂ ਨੇ ਕਿਆ ਕੀਤਾ, ਕੁਝ ਯਹੂਦੀ ਜਿਹੜੇ ਇੱਧਰ ਉੱਧਰ ਘੁੰਮ ਫਿਰ ਕੇ ਭੂਤਾਂ ਨੂੰ ਕੱਢਣ ਦਾ ਕੰਮ, ਦੁਸ਼ਟ ਆਤਮਾ ਨੂੰ ਕੱਢਣ ਦਾ ਕੰਮ ਕਰ ਰਹੇ ਸੀਗੇ, ਉਹਨਾਂ ਨੇ ਕਿਆ ਕੀਤਾ, ਉਹਨਾਂ ਨੇ ਕੋਸ਼ਿਸ਼ ਕੀਤੀ ਅਸ਼ੁੱਧ ਆਤਮਾ ਦੇ ਚੰਬੜੇ ਲੋਕਾਂ ਤੇ ਪ੍ਰਭੂ ਯਿਸੂ ਦਾ ਨਾਂ ਵਰਤਣ, ਪ੍ਰਭੂ ਯਿਸੂ ਦਾ ਨਾਮ ਵਰਤ ਕੇ ਉਹਨਾਂ ਨੂੰ ਚੰਗੇ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਕੀ ਹੋਇਆ, ਉਹ ਕਹਿੰਦੇ ਸਨ, ਮੈਂ ਯਿਸੂ ਦੇ ਨਾਂ ਤੇ ਤੈਨੂੰ ਆਗਿਆ ਦਿੰਦਾ ਹਾਂ ਜਿਸ ਦਾ ਪ੍ਰਚਾਰ ਪੌਲਸ ਕਰਦਾ ਹੈ। ਸੇਵਕਾਂ ਨਾਂ ਦੇ ਯਹੂਦੀ ਮਹਾਂਪੁਰੋਹਿਤ ਦੇ 7 ਪੁੱਤਰ ਇਸ ਤਰ੍ਹਾਂ ਕਰਦੇ ਸਨ, 7 ਜਣੇ ਇੱਦਾਂ ਕਰਦੇ ਸੀਗੇ। ਪਰ ਅਸ਼ੁੱਧ ਆਤਮਾ ਨੇ ਉਹਨਾਂ ਨੂੰ ਉੱਤਰ ਦਿੱਤਾ, ਯਿਸੂ ਨੂੰ ਮੈਂ ਜਾਣਦੀ ਹਾਂ, ਪੌਲਸ ਨੂੰ ਵੀ ਪਛਾਣਦੀ ਹਾਂ, ਪਰ ਤੁਸੀਂ ਕੌਣ ਹੋ? ਫਿਰ ਜਿਸ ਆਦਮੀ ਵਿੱਚ ਦੁਸ਼ਟ ਆਤਮਾ ਸੀ ਉਸਨੇ ਕਿਆ ਕੀਤਾ, ਅਸ਼ੁੱਧ ਆਤਮਾ ਸੀ, ਉਸਨੇ ਬਹੁਤ ਬੁਰੀ ਤਰ੍ਹਾਂ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਬੇਹਾਲ ਕਰ ਦਿੱਤਾ। ਉਹ ਨੰਗੇ ਅਤੇ ਜ਼ਖਮੀ ਹਾਲਤ ਵਿੱਚ ਉਸ ਘਰ ਵਿੱਚੋਂ ਬਾਹਰ ਦੌੜ ਗਏ ਤੇ ਦੁਸ਼ਟ ਆਤਮਾ ਨੇ ਉਹਨਾਂ ਤੇ ਅਟੈਕ ਕੀਤਾ ਤੇ ਉਹਨਾਂ ਦੇ ਕੱਪੜੇ ਪਾੜ ਸੁੱਟੇ, ਹਾਲੋ ਬੇਹਾਲ ਕਰ ਦਿੱਤਾ। ਦੁਸ਼ਟ ਆਤਮਾ ਅਟੈਕ ਕਰਦੀ ਆ। ਤੁਸੀਂ ਸ਼ੈਤਾਨ ਦੇ ਨਾਲ, ਜਿਹੜਾ ਤੁਹਾਡਾ ਦੁਸ਼ਮਣ ਹੈ, ਐਨਮੀ ਆ, ਤੁਸੀਂ ਆਤਮਿਕ ਯੁੱਧ ਦੇ ਵਿੱਚ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਹਮਲਾ ਵੀ ਕਰਦਾ ਆ ਤੇ ਉਹਦਾ ਹਮਲਾ ਕਿੱਥੇ ਤੁਹਾਡੇ ਉੱਤੇ ਹੋ ਸਕਦਾ ਆ, ਕਿੱਥੇ ਨਹੀਂ ਹੋਏਗਾ, ਤੁਹਾਨੂੰ ਪਤਾ ਹੋਣਾ ਚਾਹੀਦਾ ਆ। ਅਗਰ ਤੁਹਾਡੇ ਕੋਲ ਆਤਮਿਕ ਹਥਿਆਰ ਹੈਗੇ ਆ ਫਿਰ ਨਹੀਂ ਹੋ ਸਕਦਾ। ਜੇ ਤੁਸੀਂ ਉਸ ਆਪਣੇ ਭਰਤੀ ਕਰਨ ਵਾਲੇ ਦੀ ਗੱਲ ਦੇ ਉੱਤੇ ਬਣੇ ਹੋਏ ਆ, ਟਿਕੇ ਹੋਏ ਆ, ਉਸਦਾ ਕਹਿਣਾ ਮੰਨਦੇ ਆ, ਤਾਂ ਉਹ ਤੁਹਾਡੇ ਉੱਤੇ ਵਾਰ ਨਹੀਂ ਕਰ ਸਕਦਾ। ਪ੍ਰਹਾਰ ਤੁਹਾਡੇ ਉੱਤੇ ਕੀਤਾ ਹੋਇਆ ਵਾਰ ਅਸਫਲ ਰਹੇਗਾ। ਅੱਜ ਪ੍ਰੋਬਲਮ ਇਹ ਆ, ਜਦੋਂ ਅਸੀਂ ਯਿਸੂ ਮਸੀਹ ਦੇ ਵਿੱਚ ਆ ਜਾਂਦੇ ਹਾਂ, ਕੀ ਹੋ ਜਾਂਦਾ, ਸਾਨੂੰ ਥੋੜ੍ਹਾ ਬਹੁਤਾ ਪਤਾ ਲੱਗ ਜਾਂਦਾ ਆ, ਤਾਂ ਕਈ ਵਾਰ ਕੀ ਹੋ ਜਾਂਦੇ ਆ, ਅਸੀਂ ਪ੍ਰਾਰਥਨਾ ਕਰਨੀ ਸਿੱਖ ਜਾਂਦੇ ਹਾਂ। ਪ੍ਰਾਰਥਨਾ ਸਿੱਖ ਜਾਣਾ ਜਾਂ ਸਾਨੂੰ ਵਚਨ 'ਤੇ ਟਿਕੇ ਰਹਿਣ ਦੀ ਜ਼ਰੂਰਤ ਹੈ। ਬਹੁਤ ਸਾਰੇ ਵਿਸ਼ਵਾਸੀ ਥੋੜ੍ਹਾ ਜਿਹਾ ਵੱਧ ਕੀ ਜਾਂਦੇ ਆ ਪ੍ਰਭੂ ਦੇ ਵਿੱਚ, ਉਹ ਦੂਸਰਿਆਂ ਨੂੰ ਤੁੱਛ ਜਾਣਨ ਲੱਗ ਜਾਂਦੇ ਆ। ਬਲਕਿ ਸਾਨੂੰ ਪਰਮੇਸ਼ਰ ਦੇ ਹਥਿਆਰਾਂ ਦੇ ਨਾਲ ਭਰੇ ਰਹਿਣ ਦੀ ਜ਼ਰੂਰਤ ਹੈ ਕਿ ਸ਼ੈਤਾਨ ਕੀ ਕਰ ਸਕੇ, ਸਾਡੇ ਉੱਤੇ ਹਮਲਾ ਨਾ ਕਰ ਸਕੇ। ਹਾਲੇਲੂਇਆ। ਤੁਸੀਂ ਆਤਮਿਕ ਲੜਾਈ ਦੇ ਵਿੱਚ ਹੋ। ਜਦੋਂ ਇੱਕ ਇਨਸਾਨ ਆਤਮਿਕ ਲੜਾਈ ਦੇ ਵਿੱਚ ਹੁੰਦਾ ਤਾਂ ਉਸਦੇ ਜਿਹੜੇ ਹਥਿਆਰ ਵੀ ਸੰਸਾਰਿਕ ਨਹੀਂ ਹੁੰਦੇ। ਸੰਸਾਰਿਕ ਹਥਿਆਰਾਂ ਦੇ ਨਾਲ ਤੁਸੀਂ ਸ਼ੈਤਾਨ ਨੂੰ ਨਹੀਂ ਹਰਾ ਸਕਦੇ, ਕਿਉਂਕਿ ਸਾਡੀ ਜਿਹੜੀ ਇਹ ਲੜਾਈ ਲਹੂ ਤੇ ਮਾਸ ਦੇ ਨਾਲ ਨਹੀਂ ਹੈਗੀ। ਸਾਡੀ ਲੜਾਈ ਅੰਧਕਾਰ ਦੇ ਨਾਲ ਹੈ, ਉਸਦੀਆਂ ਸ਼ਕਤੀਆਂ ਦੇ ਨਾਲ ਹੈ। ਹਾਲੇਲੂਇਆ। ਤੇ ਪਰਮੇਸ਼ਰ ਨੇ ਸਾਨੂੰ ਬਹੁਤ ਸਾਰੇ ਆਤਮਿਕ ਹਥਿਆਰ ਦਿੱਤੇ ਆ, ਸਾਨੂੰ ਆਤਮਿਕ ਹਥਿਆਰ ਦਿੱਤੇ ਆ। ਉਹਨਾਂ ਆਤਮਿਕ ਹਥਿਆਰਾਂ ਨੂੰ ਪਾ ਕੇ ਉਹਦੇ ਨਾਲ ਸਾਨੂੰ ਲੜਨ ਦੀ ਜ਼ਰੂਰਤ ਹੈ, ਉਹਦਾ ਸਾਹਮਣਾ, ਸ਼ੈਤਾਨ ਦਾ ਸਾਹਮਣਾ ਕਰਨ ਦੀ ਜ਼ਰੂਰਤ ਹੈ। ਹਮੇਸ਼ਾ ਯਾਦ ਰੱਖਣਾ ਕਿ ਤੁਸੀਂ ਆਤਮਿਕ ਸੰਸਾਰ ਦੇ ਵਿੱਚ ਹੋ। ਜਦੋਂ ਤੁਸੀਂ ਯਿਸੂ ਮਸੀਹ ਦੇ ਕੋਲ ਆ ਜਾਂਦੇ ਆ, ਤੁਸੀਂ ਆਤਮਿਕ ਸੰਸਾਰ ਦੇ ਵਿੱਚ ਆਉਂਦੇ ਆ, ਤਾਂ ਤੁਸੀਂ ਯਿਸੂ ਮਸੀਹ ਦੇ ਇੱਕ ਸਿਪਾਹੀ ਬਣ ਜਾਂਦੇ ਆ। ਹਾਲੇਲੂਇਆ। ਤੇ ਤੁਹਾਡੇ ਅੰਗੇਸਟ ਜੋ ਸ਼ੈਤਾਨ ਦੀਆਂ ਚਾਲਾਂ ਆ ਕੰਮ ਕਰਦੀਆਂ ਆ, ਤੁਸੀਂ ਸ਼ੈਤਾਨ ਨੂੰ ਛੱਡ ਕੇ ਆਉਂਦੇ ਆ, ਕਿਉਂਕਿ ਪਹਿਲਾਂ ਉਹਦੇ ਗੁਲਾਮ ਸੀਗੇ ਤੇ ਹੁਣ ਯਿਸੂ ਮਸੀਹ ਦੇ ਵਿੱਚ ਤੁਸੀਂ ਆਜ਼ਾਦ ਹੋ ਚੁੱਕੇ ਹੋ। ਤਾਂ ਤੁਹਾਡੇ ਉੱਤੇ ਸ਼ੈਤਾਨ ਜਿਹੜਾ ਤੁਹਾਨੂੰ ਬਰਬਾਦ ਕਰਦਾ ਸੀਗਾ, ਤੁਸੀਂ ਉਸਨੂੰ ਛੱਡ ਕੇ ਇੱਕ ਜੀਵਨ ਦੀ ਜੋਤ ਕੋਲ ਆਏ ਆ, ਯਿਸੂ ਮਸੀਹ ਦੇ ਕੋਲ ਆਏ ਆ। ਤੇ ਯਿਸੂ ਮਸੀਹ ਨੇ ਤੁਹਾਨੂੰ ਆਤਮਿਕ ਹਥਿਆਰ ਦਿੱਤੇ ਆ। ਉਹ ਆਤਮਿਕ ਹਥਿਆਰਾਂ ਨੂੰ ਪਾ ਕੇ ਤੁਹਾਨੂੰ ਸ਼ੈਤਾਨ ਦੇ ਨਾਲ ਕੀ ਕਰਨ ਦੀ, ਲੜਨ ਦੀ ਜ਼ਰੂਰਤ ਹੈ। ਹਾਲੇਲੂਇਆ। ਤੇ ਤੁਹਾਨੂੰ ਆਪਣੇ ਦੁਸ਼ਮਣ ਦੇ ਪ੍ਰਤੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਆ। ਉਹ ਚਮਤਕਾਰ ਵੀ ਕਰ ਸਕਦਾ ਆ, ਉਹ ਹੀਲਿੰਗ ਵੀ ਕਰ ਸਕਦਾ ਆ, ਬਿਮਾਰਾਂ ਨੂੰ ਵੀ ਚੰਗੇ ਕਰ ਸਕਦਾ ਆ, ਉਹ ਭਵਿੱਖਬਾਣੀ ਵੀ ਕਰ ਸਕਦਾ ਆ। ਉਹ ਬਾਈਬਲ ਇੱਥੋਂ ਤੱਕ ਕੀ ਕਹਿੰਦੀ ਆ, ਉਹ ਜੋਤੀਮਈ ਸਵਰਗਦੂਤਾਂ ਦਾ ਰੂਪ ਵੀ ਧਾਰਨ ਕਰ ਲੈਂਦਾ ਆ। ਉਹ ਸਵਰਗਦੂਤਾਂ ਦਾ ਰੂਪ ਵੀ ਧਾਰਨ ਕਰ ਲੈਂਦਾ ਆ। ਹਾਲੇਲੂਇਆ। ਤੇ ਹੋਰ ਵੀ ਬਹੁਤ ਸਾਰੇ ਕੰਮ ਜਿਹੜਾ ਆ
ਉਹ ਕਰਦਾ ਆ। ਇੱਕ ਵਚਨ ਨੂੰ ਅਸੀਂ ਵਚਨ ਪੜਾਂਗੇ, ਜੋ ਪਰਮੇਸ਼ਰ ਨੇ ਸਾਨੂੰ ਹਥਿਆਰ ਦਿੱਤੇ ਆ, ਉਹਨਾਂ ਹਥਿਆਰਾਂ ਦੇ ਬਾਰੇ ਵੀ ਅਸੀਂ ਸਿੱਖਣਾ ਆ। ਇਫਸੀਆਂ ਕੱਢਾਂਗੇ, ਇਫਸੀਆਂ ਉਹਦਾ 6ਵਾਂ ਅਧਿਆਇ, ਇਫਸੀਆਂ ਉਹਦਾ 6ਵਾਂ ਅਧਿਆਇ ਉਹਦੀ 10 ਆਇਤ ਤੋਂ ਅਸੀਂ ਪੜਾਂਗੇ। ਇਫਸੀਆਂ ਉਹਦਾ 6ਵਾਂ ਅਧਿਆਇ ਦੀ 10 ਆਇਤ ਦੇ ਵਿੱਚ ਲਿਖਿਆ ਹੋਇਆ, ਤੇ ਆਤਮਿਕ ਹਥਿਆਰਾਂ ਦੇ ਵੱਲ ਅਸੀਂ ਜਾ ਰਹੇ हैं। इसलिए प्रभु में और उसकी शक्ति के प्रभाव में बलवंत बनो। की करना पैना? सब तो पहला सानू प्रभु दे विच यीशु मसीह दे विच मजबूत होना पैना है। हालेलुया, मजबूत होना पैना। उसकी शक्ति के प्रभाव में बलवंत बनो। उसकी शक्ति दे प्रभाव, उसकी शक्ति के प्रभाव के नाल की होना? बलवंत बनना। एग्जाम्पल के तौर पर जो एक सोलर लाइट सूरज की रोशनी दियां जो किरणां पैंदियां, जो सूरज का प्रभाव, सूरज दियां किरणां का प्रभाव उहदे उत्ते पैंदा आ, वो की करदी है? रोशनी दिंदी आ। इस तरह जो परमेश्वर की सामर्थ साडे उत्ते आएगी, असीं सामर्थी बनांगे तो फिर असीं की हो जावांगे? मजबूत हो जावांगे। आमीन। सानू परमेश्वर की शक्ति के प्रभाव के थले की करना पैना? बलवंत, मजबूत बनना पैना है। हालेलुया। परमेश्वर की शक्ति सानू लैण की जरूरत है। पवित्र आत्मा की सामर्थ के द्वारा, पहला कुरिन्थियां 4:20 के लिखा, परमेश्वर का राज बातों में नहीं बल्कि सामर्थ में है। हालेलुया। सानू परमेश्वर की सामर्थ के नाल भरपूर रहने की जरूरत है। हालेलुया, भरपूर रहने की जरूरत है। जिन्ना असी परमेश्वर की सामर्थ के नाल भरपूर रवांगे, उन्नी साडे अंदर पावर होएगी। साडे नाल जो जिहड़ा साडा एनमी है, दुश्मन है, उन्होंने हराउण दे लई साडे अंदर की होगी? ताकत होएगी, सामर्थ होएगी। असीं उहदे नाल लड़ सकांगे, हरा सकांगे। हालेलुया। की करना पैना? शक्ति दे नाल की पैना होना पैना? बलवंत बनना पैना है। अगे कहना 11 आयत विच लिखा, परमेश्वर के सारे हथियार बांध लो। परमेश्वर के सारे हथियार की करने पैने? लेने पैने हैं सानू, कि तुम शैतान की जुक्तियों के सामने खड़े रह सको। की करना पैना? कि सानू शैतान दियां जुक्तियां दे सामने असी खड़े रह सकण दे लई की करना पैना है? हथियार लेने पैने हैं। शैतान दियां जुक्तियां, जुक्तियां मतलब चालां, उहदी योजनावां, उहदी प्लैनिंग्स एक इंसान के प्रति, तुहाडे प्रति, तुहाडी फैमिली के प्रति, तुहाडे बच्चों के प्रति, तुहाडे रिश्तेदारां के प्रति, तुहाडे आत्मिक दा प्रति, आत्मिक जीवन के प्रति जिहड़ियां शैतान दियां चालां आ, उहदे प्रति की होना पैना? तुहानूं जागरूक होना पैना। संत पौलुस एक जगह कहना, मैं शैतान दियां चालां तो अणजाण नहीं हाँ। कहना मैं जानदा है शैतान किद्दां काम करदा है। हालेलुया। तो थानू भी जानने की जरूरत है। जो पौलुस जिहड़ा परमेश्वर बाय नवीं न्यू टैस्टमेंट के सब नालों वध बुक्स लिखियां, वो जानता सीगा कि शैतान किद्दां काम करदा है। तो थानू भी अणजाण रहने की जरूरत नहीं है, जानने की जरूरत है। हालेलुया। थानू ट्रेनिंग लैण की जरूरत है। एक सिपाही नूं ट्रेनिंग की जरूरत होंदी है। तुसीं यीशु मसीह दे एक सिपाही हैं, थानू ट्रेनिंग लैण की जरूरत है। हालेलुया। असी ट्रेनिंग लैनी है कि किद्दां लड़ना है, फिर असी लड़ सकते हैं। शैतान की जुक्तियों के सामने खड़े रह सको। शैतान दियां जिन्नियां भी चालां आ, उहदे सामने अगर तुसीं खड़ना चाहते हैं तो की करना पैना है? तुहानूं आत्मिक हथियारां नूं बन्नना पैना, लेने पैणे आ। क्योंकि हमारा जय मल युद्ध लहू और मांस से नहीं, परंतु प्रधानों से और अधिकारों से और इस संसार के अंधकार के हाकिमों से और उस दुष्टता की आत्मिक सेना से है जो आकाश में है। हालेलुया। ते साडा युद्ध लहू, ये मल युद्ध जिहड़ा लहू ते मांस दे नाल नहीं हैगा, मतलब किसी इंसान दे नाल नहीं हैगा। साडा युद्ध काहदे नाल है? परंतु प्रधानों मतलब लूसीफर नाल, प्रधानों से और
ਅਧਿਕਾਰੀਓ ਮਤਲਬ ਉਹਦੇ ਜਿੰਨੇ ਵੀ ਅੱਗੇ ਗਿਰਾਏ ਹੋਏ एंजल्स ਜਿਹੜੇ ਆ ਦੁਸ਼ਟ ਆਤਮਾ ਆ ਉਹਨਾਂ ਦੇ ਨਾਲ, और इस संसार के अंधकार के हाकमों से बुरे ਕੰਮਾਂ ਦੇ ਅਗੇਂਸਟ ਉਹ ਭਾਵਨਾਵਾਂ ਜਿਹੜੀਆਂ ਸਾਡੇ ਪ੍ਰਤੀ ਉੱਠਦੀਆਂ ਆ, ਸਾਡੇ ਅੰਦਰ ਉੱਠਦੀਆਂ ਆ, हाकमों से और उस दुष्टता की आत्मिक सेनाओं से है जो आकाश में है। हालेलुया। ਸਾਡੀ ਜਿਹੜੀ ਲੜਾਈ ਆ ਉਹ ਸ਼ੈਤਾਨ ਦੇ ਨਾਲ, ਸ਼ੈਤਾਨ ਦੀਆਂ ਚਾਲਾਂ ਦੇ ਨਾਲ, ਸ਼ੈਤਾਨ ਦੇ ਜਿੰਨੇ ਵੀ ਉਹ ਦਿਖਾਵਾ ਕਰਦਾ, ਜੋ ਵੀ ਉਹਦੀ ਜਿੰਨੀਆਂ ਵੀ ਚਾਲਾਂ ਆ, ਇੱਕ ਮਸੀਹ ਨੂੰ ਭਰਮਾਉਣ ਦੇ ਲਈ ਬਹੁਤ ਸਾਰੇ ਲੋਕਾਂ ਨੂੰ ਅੱਜ ਉਹ ਚਿੰਨ੍ਹ ਚਮਤਕਾਰਾਂ ਦੇ ਦੁਆਰਾ ਭਰਮਾ ਰਿਹਾ ਆ, ਭਵਿੱਖਬਾਣੀਆਂ ਦੇ ਦੁਆਰਾ ਭਰਮਾਏ ਜਾ ਰਹੇ ਆ ਲੋਕ। ਮਤਲਬ ਇਹ ਮੈਂ ਕਹਿਣਾ ਚਾਹੁੰਦਾ ਕਿ ਪਰਮੇਸ਼ਰ ਦੇ ਵੱਲੋਂ ਵੀ ਭਵਿੱਖਬਾਣੀਆਂ ਹੈਗੀਆਂ ਆ। ਹਾਲੇਲੂਇਆ। ਤੇ ਪਰਮੇਸ਼ਰ ਦੇ ਦੁਆਰਾ ਵੀ ਚਮਤਕਾਰ ਹੁੰਦਾ ਆ। ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਜਿਹੜਾ ਸ਼ੈਤਾਨ ਹੈ ਉਹ ਪਰਮੇਸ਼ਰ ਦੀ ਨਕਲ ਕਰਦਾ ਆ। ਹਾਲੇਲੂਇਆ। ਉਹ ਨਕਲ ਕਰਦਾ ਆ, ਜੋ ਪਰਮੇਸ਼ਰ ਕਰਦਾ ਆ ਉਹਦੀ ਉਹ ਨਕਲ ਕਰਦਾ ਆ। ਅਗਰ ਮੂਸਾ ਨੇ ਕੀ ਕੀਤਾ, ਲਾਠੀ ਦਾ ਸੱਪ ਬਣਾ ਦਿੱਤਾ ਪਰਮੇਸ਼ਰ ਦੀ ਸਾਮਰਥ ਦੁਆਰਾ, ਤੇ ਫਿਰੌਨ ਦੇ ਜਾਦੂਗਰਾਂ ਨੇ ਬਣਾਤਾ, ਨਕਲ ਕਰਦਾ ਆ। ਤੇ ਪਰਮੇਸ਼ਰ ਦਾ ਜਿਹੜਾ ਚਮਤਕਾਰ ਆ ਉਹ ਓਰੀਜਨਲ ਹੈ, ਸ਼ੈਤਾਨ ਦਾ ਜਿਹੜਾ ਚਮਤਕਾਰ ਆ ਡੁਪਲੀਕੇਟ ਆ, ਕਾਪੀ ਆ। ਸਾਨੂੰ ਇਹਨਾਂ ਉਹਦੇ ਚਾਲਾਂ ਨੂੰ, ਉਹਦੇ ਚਮਤਕਾਰਾਂ ਨੂੰ, ਓਰੀਜਨਲ ਤੇ ਕਾਪੀ ਨੂੰ ਪਛਾਣਨ ਦੀ ਜ਼ਰੂਰਤ ਹੈ। ਹਾਲੇਲੂਇਆ। ਤੇ ਸਾਡੀ ਜਿਹੜੀ ਲੜਾਈ ਆ ਕਿਸੇ ਲਹੂ ਤੇ ਮਾਸ ਦੇ ਨਾਲ, ਕਿਸੇ ਇਨਸਾਨ ਦੇ ਨਾਲ ਨਹੀਂ ਹੈਗੀ। ਤੇ ਤੁਸੀਂ ਇੱਕ ਯੁੱਧ ਦੇ ਵਿੱਚ ਹੋ। ਹਾਲੇਲੂਇਆ। ਤੇ ਤੁਹਾਨੂੰ ਆਪਣੇ ਦੁਸ਼ਮਣ ਦਾ ਪਤਾ ਹੋਣਾ ਚਾਹੀਦਾ ਆ। ਆਮੀਨ। ਤੇ ਸਾਡੀ ਜਿਹੜੀ ਉਸ ਸ਼ੈਤਾਨ ਦੇ ਨਾਲ ਲੜਾਈ ਹੈ ਜਿਹੜੀ ਆਕਾਸ਼ ਦੇ ਵਿੱਚ ਹੈ। ਅੱਗੇ 13 ਦੇ ਵਿੱਚ ਲਿਖਿਆ, ਇਸ ਲਈ परमेश्वर के सारे हथियार बांध लो, हालेलुया, कि तुम बुरे दिनों में सामना कर सको। ਜਦੋਂ ਸਾਡੇ ਤੇ ਬੁਰੇ ਦਿਨ ਆਣ, ਮੁਸੀਬਤ ਦੇ ਦਿਨ ਆ ਜਾਣ, ਤਾਂ ਕੀ ਕਰਨਾ? ਉਹਨਾਂ ਦਿਨਾਂ ਦੇ ਵਿੱਚ ਕੀ ਕਰਨਾ ਪੈਣਾ ਆ? ਸਾਨੂੰ ਸਾਹਮਣਾ ਕਰਨਾ ਪੈਣਾ ਆ ਹਥਿਆਰਾਂ ਨੂੰ ਲੈ ਕੇ, ਔਰ ਸਭ ਕੁਝ ਪੂਰਾ ਕਰਕੇ ਸਥਿਰ ਰਹਿ ਸਕੋ। ਤੇ ਸਾਨੂੰ ਪੂਰਾ ਸਥਿਰ ਰਹਿਣ ਦੇ ਲਈ ਕਿ ਸਾਡੀ ਆਤਮਿਕ ਲਾਈਫ ਤੇ, ਸਾਡੇ ਆਤਮਿਕ ਜੀਵਨ ਤੇ ਕੋਈ ਪ੍ਰਭਾਵ ਨਾ ਪਵੇ, ਤੇ ਸਾਨੂੰ ਪਰਮੇਸ਼ਰ ਦੇ ਹਥਿਆਰਾਂ ਦੇ ਨਾਲ ਭਰਪੂਰ ਹੋਣਾ ਪੈਣਾ ਆ। ਤੇ ਬੁਰੇ ਦਿਨਾਂ ਦਾ ਕੀ ਕਰਨਾ ਪੈਣਾ? ਸਾਹਮਣਾ ਕਰਨਾ ਪੈਣਾ ਆ। ਬਾਈਬਲ ਦੇ ਵਿੱਚ ਇੱਕ ਇਨਸਾਨ ਸੀਗਾ ਅਯੂਬ। ਤੁਸੀਂ ਪੜ੍ਹਿਆ, ਤੁਸੀਂ ਚੰਗੀ ਤਰ੍ਹਾਂ ਉਸ ਦੇ ਬਾਰੇ ਜਾਣਦੇ ਆ ਬਹੁਤ ਸਾਰੇ। ਜਿਹੜਾ ਅਯੂਬ ਸੀਗਾ ਉਹ ਬੁਰੇ ਦਿਨਾਂ ਦੇ ਵਿੱਚ ਸਥਿਰ ਰਿਹਾ। ਹਾਲੇਲੂਇਆ। ਜਿਹੜਾ ਅਯੂਬ ਸੀਗਾ ਉਹ ਇੱਕ ਅਮੀਰ ਇਨਸਾਨ ਸੀਗਾ, ਉਸਦੇ ਕੋਲ ਅੱਛਾ ਕਾਰੋਬਾਰ ਸੀਗਾ, ਉਹ ਰਿਚ ਇਨਸਾਨ ਸੀਗਾ, ਅੱਛਾ ਘਰ-ਬਾਰ ਸੀਗਾ, ਤੇ ਪਰਮੇਸ਼ਰ ਦਾ ਭੈ ਮੰਨਣ ਵਾਲਾ ਸੀਗਾ। ਤੇ ਪਰਮੇਸ਼ਰ ਨੇ ਉਸ ਨੂੰ ਧਨ ਮਾਲ ਦੇ ਨਾਲ ਬਲੈਸ ਕੀਤਾ ਸੀਗਾ, ਅੱਛਾ ਕਾਰੋਬਾਰ ਸੀਗਾ, ਪੈਸਾ ਸੀਗਾ, ਉਸਦੇ ਕੋਲ ਧੀਆਂ ਪੁੱਤਰ ਸੀਗੇ, ਚੰਗਾ ਖਾਂਦਾ ਪੀਂਦਾ ਸੀਗਾ, ਤੇ ਇੱਕ ਰਿਚ ਇਨਸਾਨ ਸੀਗਾ। ਹਾਲੇਲੂਇਆ। ਤੇ ਜਿਹੜਾ ਸ਼ੈਤਾਨ ਸੀਗਾ, ਸ਼ੈਤਾਨ ਨੇ ਉਸ ਅਯੂਬ ਦੇ ਪ੍ਰਤੀ ਹਮਲਾ ਕੀਤਾ। ਜਿਹੜਾ ਸ਼ੈਤਾਨ ਪਰਮੇਸ਼ਰ ਦੇ ਕੋਲ ਗਿਆ ਤੇ ਪਰਮੇਸ਼ਰ ਸ਼ੈਤਾਨ ਨੂੰ ਕਹਿੰਦਾ, ਦੇਖਿਆ ਅਯੂਬ ਕਿੱਦਾਂ ਮੇਰੇ ਤੋਂ ਡਰਦਾ ਆ, ਕਿੱਦਾਂ ਉਹ ਮੇਰੀ ਮਹਿਮਾ ਕਰਦਾ ਆ। ਸ਼ੈਤਾਨ ਕੀ ਕਹਿੰਦਾ ਉਸ ਨੂੰ? ਕਹਿੰਦਾ ਜਿਹੜਾ ਅਯੂਬ ਆ ਐਵੇਂ ਤੇ ਤੋਂ ਮੁਫਤ ਦੇ ਵਿੱਚ ਨਹੀਂ ਡਰਦਾ, ਤੂੰ ਉਸਦੇ ਆਲੇ ਦੁਆਲੇ ਆਪਣਾ ਬਾੜਾ ਬਣਾਇਆ ਹੋਇਆ ਆ, ਆਪਣੀ ਸਿਕਿਉਰਿਟੀ ਬਣਾਈ ਹੋਈ ਆ, ਤੂੰ ਉਸ ਨੂੰ ਧਨ ਮਾਲ ਦੇ ਨਾਲ ਬਲੈਸ ਕੀਤਾ ਵਾ ਆ। ਇੱਕ ਵਾਰ ਕੀ ਕਰ, ਤੂੰ ਆਪਣੇ ਬਾੜੇ ਨੂੰ ਉੱਤੋਂ ਹਟਾ ਲਾ, ਫਿਰ ਦੇਖ ਕਿਸ ਤਰ੍ਹਾਂ ਉਹ ਤੇਰੀ ਨਿੰਦਿਆ ਕਰਦਾ ਜਦੋਂ ਮੈਂ ਉਹਦੀ ਜ਼ਿੰਦਗੀ ਦੇ ਵਿੱਚ ਦੁੱਖ ਘੱਲਣੇ ਆ। ਤੇ ਪਰਮੇਸ਼ਰ ਸ਼ੈਤਾਨ ਨੂੰ ਕਹਿੰਦਾ, ਜਾ ਤੂੰ ਜੋ ਕਰਨਾ ਕਰ ਲੈ, ਪਰ ਉਸਦੀ ਤੈਨੂੰ ਜਾਨ ਲੈਣ ਦਾ ਕੋਈ ਅਧਿਕਾਰ ਨਹੀਂ। ਜਾ ਜੋ ਤੂੰ ਅਯੂਬ ਨਾਲ ਕਰਨਾ ਚਾਹੁੰਦਾ ਜਾਂ ਕਰ ਲਾ। ਤਾਂ ਕੀ ਹੋਇਆ? ਸ਼ੈਤਾਨ ਨੇ ਕੀ ਕੀਤਾ? ਅਯੂਬ ਦੀ ਜ਼ਿੰਦਗੀ ਵਿੱਚ ਦੁੱਖ ਘੱਲਿਆ, ਉਸਦੇ ਜਿੰਨੇ ਵੀ ਧੀਆਂ ਪੁੱਤਰ ਸੀਗੇ ਸਭ ਮਰਵਾ ਦਿੱਤੇ, ਉਸਦਾ ਜਿੰਨਾ ਵੀ ਕਾਰੋਬਾਰ ਸੀਗਾ ਖਤਮ ਹੋ ਗਿਆ,
ਸ਼ੈਤਾਨ ਨੇ ਅੱਗ ਦੇ ਦੁਆਰਾ ਖਤਮ ਕਰਤਾ। ਜਿੰਨੇ ਵੀ ਨੌਕਰ ਚਾਕਰ ਸੀਗੇ ਸਾਰਾ ਖਤਮ ਹੋ ਗਿਆ। ਜਿੰਨਾ ਵੀ ਧਨ ਦੌਲਤ ਸੀਗਾ ਉਹ ਵੀ ਚਲਾ ਗਿਆ। ਉਹ ਘਰੋਂ ਬੇਘਰ ਹੋ ਗਿਆ। ਉਹਦੇ ਬੱਚੇ ਵੀ ਮਰ ਗਏ। ਜਿੰਨਾ ਵੀ ਪ੍ਰੋਪਰਟੀ ਸੀਗੀ ਸਾਰੀ ਸਮਾਪਤ ਹੋ ਗਈ। ਜੋ ਵੀ ਆਸ਼ੀਸ਼ਾਂ ਸੀਗੀਆਂ ਸਾਰੀਆਂ ਚਲੀਆਂ ਗਈਆਂ। ਤਾਂ ਕੀ ਹੋਇਆ, ਉਸਦੀ ਪਤਨੀ ਨੇ ਅਯੂਬ ਨੂੰ ਕਿਹਾ ਕਿ ਤੂੰ ਆਪਣੇ ਪਰਮੇਸ਼ਰ ਨੂੰ ਫਟਕਾਰ ਤੇ ਮਰ ਜਾ। ਤੇ ਅਯੂਬ ਨੇ ਇਸ ਦੁੱਖ ਦੇ ਘੜੀ ਦੇ ਵਿੱਚ, ਇਸ ਸੰਕਟ ਦੇ ਵਿੱਚ ਕਿੱਦਾਂ ਉਹ ਸਥਿਰ ਰਿਹਾ, ਕਿੱਦਾਂ ਉਹ ਟਿਕਿਆ ਰਿਹਾ। ਕਿਉਂਕਿ ਉਹ ਆਤਮਿਕ, ਉਹਨੂੰ ਪਤਾ ਸੀਗਾ ਕਿ ਮੈਂ ਇੱਕ ਸੈਨਿਕ ਹਾਂ ਪਰਮੇਸ਼ਰ ਦਾ। ਉਹਨੂੰ ਪਤਾ ਸੀਗਾ ਉਹ ਆਤਮਿਕ ਹਥਿਆਰਾਂ ਦੇ ਨਾਲ ਬਲੈਸ ਸੀਗਾ। ਉਹ ਇਮਾਨ ਦੇ ਵਿੱਚ ਬਣਿਆ ਰਿਹਾ। ਉਹ ਬਲੈਸਿੰਗ ਦੇ ਵਿੱਚ ਉਸਨੇ ਪਰਮੇਸ਼ਰ ਉੱਤੇ ਭਰੋਸਾ ਕਰਨਾ ਨਹੀਂ ਛੱਡਿਆ। ਉਸਦੀ ਜ਼ਿੰਦਗੀ ਦੇ ਵਿੱਚ ਇੰਨੇ ਉਸਦੇ ਸਰੀਰ ਉੱਤੇ ਜ਼ਖਮ ਹੋ ਚੁੱਕੇ ਸੀਗੇ ਕਿ ਉਹ ਆਪਣੇ ਹੱਥਾਂ ਦੇ ਨਾਲ ਸਰੀਰ ਉੱਤੇ ਜ਼ਖਮ ਵੀ ਨਹੀਂ, ਖਾਜ ਵੀ ਨਹੀਂ ਕਰ ਸਕਦਾ ਸੀਗਾ। ਤੇ ਇਸ ਦੁੱਖ ਦੇ ਸਮੇਂ ਦੇ ਵਿੱਚ ਉਹ ਕਿੱਦਾਂ ਸਥਿਰ ਰਿਹਾ, ਕਿੱਦਾਂ ਉਸਦਾ ਉਹ ਸਾਹਮਣਾ ਕੀਤਾ ਉਸਨੇ ਵਿਸ਼ਵਾਸ ਦੇ ਨਾਲ। ਹਾਲੇਲੂਇਆ। ਤੇ ਉਹ ਟਿਕਿਆ ਰਿਹਾ, ਮਜ਼ਬੂਤ ਰਿਹਾ। ਤੇ ਉਸਨੇ ਪਰਮੇਸ਼ਰ ਦੇ ਪ੍ਰਤੀ ਆਪਣੇ ਮੂੰਹ ਦੇ ਵਿੱਚ ਕੋਈ ਵੀ ਗਲਤ ਸ਼ਬਦ ਨਹੀਂ ਕੱਢਿਆ। ਅੱਜ ਬਹੁਤ ਸਾਰੇ ਵਿਸ਼ਵਾਸੀ ਯਿਸੂ ਮਸੀਹ ਦੇ ਕੋਲ ਆਉਂਦੇ ਆ, ਕਈ ਵਾਰ ਕੀ ਕਰਦੇ ਆ, ਚੰਗਾ ਲੰਬਾ ਸਮਾਂ ਚੱਲਦੇ ਆ, ਪਰਮੇਸ਼ਰ ਦੀ ਮਹਿਮਾ ਕਰਦੇ ਆ, ਬੰਦਗੀ ਕਰਦੇ ਆ, ਉਹ ਤੌਬਾ ਕਰ ਲੈਂਦੇ ਆ, ਬਪਤਿਸਮਾ ਲੈ ਲੈਂਦੇ ਆ। ਜਦੋਂ ਕੋਈ ਪ੍ਰਸਥਿਤੀ ਇਹੋ ਜਿਹਾ ਕੋਈ ਹਾਲਾਤ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਆ ਤੇ ਯਿਸੂ ਮਸੀਹ ਨੂੰ ਉਹ ਛੱਡ ਦਿੰਦੇ ਆ। ਕਾਰਨ ਕੀ ਆ? ਕਿਉਂਕਿ ਕਾਰਨ ਇਹ ਆ ਕਿ ਉਹਨਾਂ ਨੇ ਇਸ ਗੱਲ ਨੂੰ ਨਹੀਂ ਜਾਣਿਆ ਕਿ ਅਸੀਂ ਆਤਮਿਕ ਯੁੱਧ ਦੇ ਵਿੱਚ ਆ। ਤੇ ਜਿਹੜਾ ਉਹਨਾਂ ਦਾ ਦੁਸ਼ਮਣ ਆ, ਉਹਨਾਂ ਨੇ ਆਪਣੇ ਦੁਸ਼ਮਣ ਦੇ ਪ੍ਰਤੀ, ਜਿਹੜਾ ਉਹਨਾਂ ਦੇ ਪ੍ਰਤੀ ਦੁਸ਼ਮਣ ਹੈ, ਉਸ ਦੁਸ਼ਮਣ ਦੀ ਕੋਈ ਜਾਣਕਾਰੀ ਨਹੀਂ ਲਈ। ਤੇ ਉਹਨਾਂ ਨੇ ਆਪਣੇ ਆਤਮਿਕ ਹਥਿਆਰਾਂ ਨੂੰ ਯੂਜ਼ ਨਹੀਂ ਕੀਤਾ। ਤੇ ਸਿਰਫ ਉਹਨਾਂ ਨੇ ਟ੍ਰੇਨਿੰਗ ਨਹੀਂ ਲਈ, ਜਾਂ ਫਿਰ ਕਹਿ ਸਕਦੇ ਹਾਂ ਕਿ ਉਹ ਪਰਮੇਸ਼ਰ ਦੇ ਵਿੱਚ ਵਧੇ ਨਹੀਂ, ਬਲਕਿ ਉਹ ਸਿਰਫ ਥੋੜੇ ਸਮੇਂ ਲਈ ਸੀਗੇ ਪਰਮੇਸ਼ਰ ਦੇ ਵਿੱਚ, ਉਹ ਖਤਮ ਹੋ ਗਏ। ਉਸ ਤੋਂ ਬਾਅਦ ਫਿਰ ਉਹ ਬੈਕ ਸਾਈਡ ਹੋ ਗਏ। ਰੀਜ਼ਨ ਕੀ ਆ? ਕਾਰਨ ਕੀ ਆ? ਕਿ ਉਹਨਾਂ ਨੇ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ, ਜਾਂ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਨਹੀਂ ਕਿ ਅਸੀਂ ਆਤਮਿਕ ਸੰਸਾਰ ਦੇ ਵਿੱਚ ਹਾਂ ਤੇ ਸਾਡੀ ਜਿਹੜੀ ਲੜਾਈ ਆ ਹੁਣ ਸ਼ੈਤਾਨ ਦੇ ਨਾਲ ਹੈ। ਉਹ ਆਪਣੇ ਦੁਸ਼ਮਣ ਦੇ ਪ੍ਰਤੀ, ਮੈਂ ਇਸ ਤਰ੍ਹਾਂ ਕਹਿਣਾ ਚਾਹੁੰਦਾ, ਉਹ ਆਪਣੇ ਦੁਸ਼ਮਣ ਦੇ ਪ੍ਰਤੀ ਜਾਗਰੂਕ ਹੀ ਨਹੀਂ ਸੀਗੇ ਕਿ ਜਿਸ ਦੇ ਨਾਲ ਸਾਡੀ ਲੜਾਈ ਆ ਉਹ ਕਰ ਕੀ ਸਕਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ। ਉਹਦੇ ਕੁਝ ਕਿਹੜੇ ਹਥਿਆਰ ਹੈ। ਤੁਹਾਨੂੰ ਜ਼ਰੂਰਤ ਹੈ ਕਿ ਅਸੀਂ ਸ਼ੈਤਾਨ ਦੇ ਜਲਦੇ ਹੋਏ ਤੀਰਾਂ ਨੂੰ ਕਿਸ ਤਰ੍ਹਾਂ ਬੁਝਾਉਣਾ ਆ, ਕਿਸ ਤਰ੍ਹਾਂ ਉਹ ਸਾਡੇ ਪ੍ਰਤੀ ਪਲੈਨਿੰਗ ਬਣਾਉਂਦਾ ਆ। ਸਾਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਇਨਸਾਨ ਨੂੰ ਬਰਬਾਦ ਕਰਨ ਦੇ ਲਈ, ਉਸ ਨੂੰ ਪਰਮੇਸ਼ਰ ਤੋਂ ਦੂਰ ਕਰਨ ਦੇ ਲਈ, ਉਸ ਨੂੰ ਸਵਰਗ ਦੇ ਰਾਜ ਤੋਂ ਹਟਾਉਣ ਦੇ ਲਈ ਸ਼ੈਤਾਨ ਦੀ ਇੱਕੋ ਚਾਲ ਹੈ ਤੇ ਸਾਨੂੰ ਉਸਨੇ ਸਵਰਗ ਦੇ ਰਾਜ ਦੇ ਵਿੱਚੋਂ ਜਾਣ ਤੋਂ ਰੋਕਣਾ ਆ। ਹਾਲੇਲੂਇਆ। ਸਾਨੂੰ ਜ਼ਰੂਰਤ ਹੈ ਕਿ ਅਸੀਂ ਜਾਣੀਏ ਕਿ ਪਰਮੇਸ਼ਰ ਦੇ ਸਾਰੇ ਹਥਿਆਰਾਂ ਨੂੰ ਲੈ ਲਈਏ ਕਿ ਸ਼ੈਤਾਨ ਦਾ ਸਾਹਮਣਾ ਕਰ ਸਕੀਏ। ਜਦੋਂ ਸਾਡੇ ਉੱਤੇ ਅਟੈਕ ਕਰੇ, ਅਸੀਂ ਉਹਨਾਂ ਆਪਣੇ ਹਥਿਆਰਾਂ ਦਾ ਇਸਤੇਮਾਲ ਕਰਕੇ ਉਸ ਦੇ ਅਟੈਕ ਤੋਂ, ਉਹਦੇ ਘੱਲੇ ਹੋਏ ਦੁੱਖਾਂ ਦੇ ਵਿੱਚ ਸਥਿਰ ਰਹਿ ਕੇ ਉਹਦਾ ਸਾਹਮਣਾ ਕਰ ਸਕੀਏ ਤੇ ਉਹਨਾਂ ਦੁੱਖਾਂ ਦੇ ਵਿੱਚੋਂ ਨਿਕਲ ਕੇ ਆਪਣੇ ਪਰਮੇਸ਼ਰ ਦੇ ਨਾਮ ਨੂੰ ਉੱਚਾ ਕਰ ਸਕੀਏ। ਤੇ ਅਸੀਂ ਉਸ ਆਪਣੇ ਯੁੱਧ ਦੇ ਮੈਦਾਨ ਦੇ ਵਿੱਚ ਟਿਕੇ ਰਹੀਏ ਕਿ ਅਸੀਂ ਉਸ ਜੋ ਪਰਮੇਸ਼ਰ ਨੇ ਸਾਡੇ ਲਈ ਅਨੰਤ ਜੀਵਨ ਰੱਖਿਆ ਹੋਇਆ ਹੈਵਨ ਦੇ ਵਿੱਚ, ਸਵਰਗ ਦੇ ਵਿੱਚ, ਉਸ ਸਵਰਗ ਦੇ ਵਿੱਚ ਪ੍ਰਵੇਸ਼ ਕਰ ਸਕੀਏ। ਹਾਲੇਲੂਇਆ। ਸਾਨੂੰ ਜ਼ਰੂਰਤ ਹੈ ਜਾਣਨ ਦੀ, ਸਾਨੂੰ ਅਣਜਾਣ ਰਹਿਣ ਦੀ ਜ਼ਰੂਰਤ ਨਹੀਂ ਹੈਗੀ। ਇਸ ਲਈ ਪਰਮੇਸ਼ਰ ਦਾ ਵਚਨ ਕਹਿੰਦਾ, ਇਸ ਲਈ परमेश्वर के सारे हथियार बांध लो कि तुम बुरे दिनों में सामना कर सको। बुरे दिनों ਦੇ ਵਿੱਚ ਸਾਹਮਣਾ ਕਰ ਸਕੀਏ। ਹਾਲੇਲੂਇਆ। ਔਰ ਸਭ ਕੁਝ ਪੂਰਾ ਕਰਕੇ, ਸਭ ਕੁਝ ਕੀ ਕਰਕੇ, ਹਥਿਆਰਾਂ ਦੇ ਦੁਆਰਾ ਅਸੀਂ ਸਾਰੇ ਸ਼ੈਤਾਨ ਦੇ ਤੀਰਾਂ ਨੂੰ ਕੀ ਕਰ ਸਕੀਏ? ਬੁਝਾ ਸਕੀਏ, ਮਤਲਬ ਖਤਮ ਕਰ ਸਕੀਏ। ਔਰ ਸਥਿਰ ਰਹਿ ਸਕੋ, ਯਿਸੂ ਮਸੀਹ ਦੇ ਵਿੱਚ ਬਣੇ ਰਹੀਏ, ਸਥਿਰ ਰਹਿ ਸਕੀਏ। ਹਾਲੇਲੂਇਆ। ਸਥਿਰ ਰਹਿਣਾ ਆ। ਜਦੋਂ ਅਸੀਂ ਸਥਿਰ ਰਵਾਂਗੇ ਅਸੀਂ ਵਧਾਂਗੇ। ਹਾਲੇਲੂਇਆ। ਜਦੋਂ ਅਸੀਂ ਸਥਿਰ ਰਵਾਂਗੇ ਵਧਾਂਗੇ ਮਸੀਹ ਦੇ ਵਿੱਚ, ਕਦੇ ਘਟਾਂਗੇ ਨਹੀਂ। ਸਾਨੂੰ ਇਹ ਸਭ ਤੋਂ ਪਹਿਲਾਂ ਸਵੀਕਾਰ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਇੱਕ ਯੁੱਧ ਦੇ ਵਿੱਚ ਹੈ। ਜਿਹੜਾ ਸਾਡਾ ਯੁੱਧ ਹੈ ਉਹ ਆਤਮਿਕ ਯੁੱਧ ਹੈ। ਆਤਮਿਕ ਯੋਧੇ ਦੇ ਕੋਲ ਆਤਮਿਕ ਹਥਿਆਰ ਹੁੰਦੇ ਆ ਤੇ ਸਾਡੇ ਕੋਲ ਹਥਿਆਰ ਵੀ ਆਤਮਿਕ ਹੈ।
ਉਹ ਕਿਹੜੇ ਕਿਹੜੇ ਹਥਿਆਰ ਆਤਮਿਕ ਹੈ ਅੱਗੇ ਦੇਖਾਂਗੇ ਅਸੀਂ। ਤੇ ਅੱਗੇ ਦੇਖਾਂਗੇ, ਅਗਲੇ ਟੌਪਿਕਸ ਦੇ ਵਿੱਚ ਦੇਖਾਂਗੇ ਕਿ ਪਰਮੇਸ਼ਰ ਨੇ ਸਾਨੂੰ ਕਿਹੜੇ ਕਿਹੜੇ ਹਥਿਆਰ ਦਿੱਤੇ ਆ। ਤੇ ਸਾਨੂੰ ਹਮੇਸ਼ਾ ਯਾਦ ਰੱਖਣ ਦੀ ਜ਼ਰੂਰਤ ਹੈ ਅਸੀਂ ਇੱਕ ਲੜਾਈ ਦੇ ਵਿੱਚ ਆ, ਤੇ ਸਾਡਾ ਜਿਹੜਾ ਸਾਨੂੰ ਭਰਤੀ ਕਰਨ ਵਾਲਾ ਯਿਸੂ ਮਸੀਹ ਆ, ਜਿਸ ਨੇ ਸਾਨੂੰ ਆਪਣੇ ਲਹੂ ਦੇ ਦੁਆਰਾ ਖਰੀਦਿਆ, ਆਪਣੇ ਨਜ਼ਦੀਕ ਲਿਆਂਦਾ, ਤੇ ਅਸੀਂ ਉਹਦੀ ਸੈਨਾ ਦੇ ਇੱਕ ਕੀ ਆ ਸੈਨਿਕ ਆ ਉਸਦੇ ਸੈਨਾ ਦੇ। ਤੇ ਸਾਨੂੰ ਪਰਮੇਸ਼ਰ ਦੇ ਵਿੱਚ ਬਣੇ ਰਹਿਣ ਦੀ, ਟਿਕੇ ਰਹਿਣ ਦੀ, ਜਿਹੜਾ ਸਾਡੇ ਪ੍ਰਤੀ ਯੋਜਨਾ ਬਣਾਉਂਦਾ ਸੀਗਾ ਸ਼ੈਤਾਨ। ਜਦੋਂ ਅਸੀਂ ਯਿਸੂ ਮਸੀਹ ਦੇ ਕੋਲ ਆਉਂਦੇ ਆ ਤਾਂ ਸ਼ੈਤਾਨ ਦਾ ਜੂਆ ਸਾਡੇ ਤੋਂ ਖਤਮ ਹੋ ਜਾਂਦਾ ਆ, ਬਾਈਬਲ ਕਹਿੰਦੀ ਹੈ। ਤੇ ਯਿਸੂ ਮਸੀਹ ਉਸ ਜੂਏ ਨੂੰ ਤੋੜ ਦਿੰਦਾ ਹੈ, ਜਿਹੜਾ ਸ਼ੈਤਾਨ ਸਾਡੇ ਉੱਤੇ ਜੂਆ, ਤੇ ਸ਼ੈਤਾਨ ਸਾਡੇ ਉੱਤੇ ਫਿਰ ਜੂਆ ਪਾਉਣਾ ਚਾਹੁੰਦਾ ਆ, ਫਿਰ ਸਾਡੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਆ। ਤੇ ਜਦੋਂ ਯਿਸੂ ਮਸੀਹ ਦੇ ਕੋਲ ਆਉਂਦੇ ਆ, ਯਿਸੂ ਮਸੀਹ ਉਸ ਜੂਏ ਨੂੰ ਤੋੜ ਦਿੰਦਾ ਆ। ਤਾਂ ਹੀ ਯਿਸੂ ਕਹਿੰਦਾ ਆਪਣਾ ਬੋਝ ਕੀ ਕਰ, ਆਪਣਾ ਜਿਹੜਾ ਜੂਲਾ ਆ ਮੈਨੂੰ ਦੇ ਦੇ। ਹਾਲੇਲੂਇਆ। ਜਦੋਂ ਅਸੀਂ ਸ਼ੈਤਾਨ ਦੇ ਸੰਸਾਰਿਕ ਵਰਲਡ ਦੇ ਵਿੱਚੋਂ ਨਿਕਲ ਕੇ ਆਤਮਿਕ ਵਰਲਡ ਦੇ ਵਿੱਚ ਪ੍ਰਵੇਸ਼ ਕਰਦੇ ਹਾਂ ਤਾਂ ਅਸੀਂ ਇੱਕ ਸੈਨਾ ਦੇ ਵਿੱਚ ਭਰਤੀ ਹੁੰਦੇ ਹਾਂ। ਤੇ ਸਾਡਾ ਜਿਹੜੀ ਲੜਾਈ ਆ ਕਿਸੇ ਇਨਸਾਨ ਦੇ ਪ੍ਰਤੀ ਨਹੀਂ, ਬਲਕਿ ਸ਼ੈਤਾਨ ਦੇ ਨਾਲ, ਉਸਦੀਆਂ ਚਾਲਾਂ ਦੇ ਨਾਲ ਹੈ। ਤੇ ਜਿਹੜੇ ਪਰਮੇਸ਼ਰ ਨੇ ਸਾਨੂੰ ਹਥਿਆਰ ਦਿੱਤੇ ਆ ਉਹ ਅਗਲੇ ਟੌਪਿਕਸ ਦੇ ਵਿੱਚ ਦੇਖਾਂਗੇ। ਸਾਰਿਆਂ ਨੂੰ ਜੈ ਮਸੀਹ ਦੀ। ਗੋਡ ਬਲੈਸ ਯੂ।